ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ ਸਾਰਿਆਂ ਦਾ। ਸੋ ਸਾਰੇ ਸਟੂਡੈਂਟ ਜਿਹੜੇ ਯੂਕੇ ਜਾਣ ਦਾ ਪਲਾਨ ਕਰ ਰਹੇ ਨੇ ਸਾਡੇ ਅੱਜ ਦੇ ਸ਼ੋਅ ਨੂੰ ਜ਼ਰੂਰ ਦੇਖਣ। ਯੂਕੇ ਦੇ ਕੁਝ ਇੱਕ ਬਹੁਤ ਇੰਪੋਰਟੈਂਟ ਤੇ ਵੱਡੇ ਅਪਡੇਟਸ ਨੇ ਅੱਜ ਦੇ ਸ਼ੋਅ ਦੇ ਵਿੱਚ ਉਹ ਸਾਰੇ ਤੁਹਾਡੇ ਨਾਲ ਸ਼ੇਅਰ ਕਰਾਂਗੇ। ਯੂਕੇ ਨੂੰ ਲੀਨੀਅੰਟਲੀ ਤੁਸੀਂ ਨਹੀਂ ਲੈ ਸਕਦੇ, ਬਹੁਤ ਜ਼ਿਆਦਾ ਵੈਲਕਮਿੰਗ ਰਿਹਾ ਸ਼ੁਰੂ ਤੋਂ ਲੈ ਕੇ ਹੁਣ ਤੱਕ, ਬਟ ਫਿਰ ਵੀ ਟੇਕਨ ਫॉर ਗ੍ਰਾਂਟਡ ਵਾਲੀ ਸਟੇਜ ਤੇ ਜਾਣ ਨੂੰ ਯੂਕੇ ਬਿਲਕੁਲ ਵੀ ਤਿਆਰ ਨਹੀਂ ਹੈ। ਸੋ ਸ਼ੁਰੂ ਕਰਦੇ ਹਾਂ ਅੱਜ ਦੀ ਡਿਸਕਸ਼ਨ। ਅੱਜ ਦੇ ਸਾਡੇ ਗੈਸਟ ਨੇ ਬ੍ਰੌਡਵੇ ਇਮੀਗ੍ਰੇਸ਼ਨ ਦੇ ਮੈਨੇਜਿੰਗ ਡਾਇਰੈਕਟਰ ਅਮਰਜੀਤ ਸਿੰਘ ਕੰਵਰ। ਸਵਾਗਤ ਹੈ। ਥੈਂਕ ਯੂ ਦੀਪਕ ਜੀ। ਪ੍ਰੋਗਰਾਮ ਦੇਖ ਰਹੇ ਸਾਰੇ ਦੋਸਤਾਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ। ਸੋ ਕੰਵਰ ਸਾਹਿਬ, ਬਹੁਤ ਸਾਲਾਂ ਤੋਂ ਮੈਂ ਦੇਖ ਰਿਹਾ ਤੁਸੀਂ ਯੂਕੇ ਨੂੰ ਜਦੋਂ ਵੀ ਗੱਲ ਕਰਦੇ ਹੋ ਯੂਕੇ ਵੈਲਕਮਿੰਗ ਹੁੰਦਾ ਹੈ, ਪਰ ਨਾਲ ਦੀ ਨਾਲ ਤੁਸੀਂ ਹਮੇਸ਼ਾ ਇੱਕ ਕੌਸ਼ੀਅਸ ਨੋਟ ਵੀ ਜ਼ਰੂਰ ਸਟੂਡੈਂਟ ਨੂੰ ਦਿੰਦੇ ਹੋ ਕਿ ਯੂਕੇ ਨੂੰ ਟੇਕਨ ਫॉर ਗ੍ਰਾਂਟਡ ਵੀ ਨਾ ਲਓ। ਬਿਲਕੁਲ ਸਰ, ਯੂਕੇ ਉਸ ਤਰੀਕੇ ਦਾ ਨਹੀਂਗਾ ਕਿ ਤੁਸੀਂ ਇਹਨੂੰ ਸਿੰਗਾਪੁਰ ਸਮਝ ਕੇ ਜਾਓ, ਤੇ ਬਟ ਯੂਕੇ ਇੰਨਾ ਔਖਾ ਵੀ ਨਹੀਂਗਾ ਕਿ ਤੁਸੀਂ ਇਹਨੂੰ ਆਸਟ੍ਰੇਲੀਆ ਤੇ ਕੈਨੇਡਾ ਸਮਝ ਕੇ ਜਾਓ। ਸੋ ਜਾਓ ਜ਼ਰੂਰ, ਬਟ ਯੂਕੇ ਟਾਈਮ ਟੂ ਟਾਈਮ ਜਿੱਦਾਂ ਬੱਚਿਆਂ ਦਾ ਰਸ਼ ਜਾਂ ਰੁਝਾਨ ਉਧਰ ਨੂੰ ਵੱਧ ਰਿਹਾ, ਤੇ ਜਦੋਂ ਵੀ ਕੋਈ ਚੀਜ਼ ਵਿਕਣ ਲੱਗਦੀ ਹੈ ਫਿਰ ਉਹ ਵੇਚਣ ਵਾਲੇ ਦੀਆਂ ਸ਼ਰਤਾਂ ਤੇ ਚੱਲਦੀ ਹੈ ਕਿ ਉਹਨੇ ਕਿਹੜੇ ਭਾਅ ਤੇ ਵੇਚਣੀ ਹੈ, ਕਦੋਂ ਵੇਚਣੀ ਹੈ, ਕਿੱਦਾਂ ਵੇਚਣੀ ਹੈ। ਯੂਕੇ ਵਿਕਣ ਲੱਗ ਗਿਆ ਜੀ, ਬਹੁਤ ਜ਼ਿਆਦਾ ਵਿਕਣ ਲੱਗ ਗਿਆ। ਸੋ ਐਸੇ ਲਈ ਹੁਣ ਯੂਨੀਵਰਸਿਟੀ ਦੀਆਂ ਸ਼ਰਤਾਂ ਨੂੰ ਮੰਨ ਕੇ ਚੱਲਣਾ ਪਊਗਾ। ਸਰਕਾਰ ਦੀਆਂ ਕੋਈ ਨਹੀਂ, ਗਵਰਨਮੈਂਟ ਵੱਲੋਂ ਕੋਈ ਰੂਲ ਚੇਂਜ ਨਹੀਂ ਹੋ ਰਹੇ, ਪਰ ਯੂਨੀਵਰਸਿਟੀਆਂ ਆਪਣੇ ਆਪ ਨੂੰ ਅਪਗ੍ਰੇਡ ਕਰਦੀਆਂ ਰਹਿੰਦੀਆਂ ਨੇ ਤਾਂ ਕਿ ਉਹਨਾਂ ਕੋਲ ਬੱਚਾ ਜਿਹੜਾ ਆਵੇ ਉਹ ਪੜ੍ਹੇ, ਰੈਗੂਲਰ ਸਟੂਡੈਂਟ ਹੋਵੇ। ਉਹ ਚੀਜ਼ਾਂ ਫਾਈਂਡ ਆਊਟ ਟਾਈਮ ਟੂ ਟਾਈਮ ਹੁੰਦੀਆਂ ਜਦੋਂ ਪਿਛਲੇ ਇਨਟੇਕ ਵਾਲੇ ਜਾਂਦੇ ਨੇ, ਫਿਰ ਜਦੋਂ ਜਾ ਕੇ ਉਹ ਯੂਨੀਵਰਸਿਟੀਆਂ ਛੱਡਦੇ ਨੇ ਤਾਂ ਫਿਰ ਪ੍ਰੋਬਲਮ ਖੜੀਆਂ ਹੁੰਦੀਆਂ ਨੇ। ਸੋ ਯੂਨੀਵਰਸਿਟੀਜ਼ ਅੱਜ ਦੀ ਡੇਟ ਦੇ ਵਿੱਚ ਯੂਕੇ ਲਈ ਲੈ ਕੇ ਦੋ ਚੀਜ਼ਾਂ ਮੈਂ ਤੁਹਾਨੂੰ ਦੱਸੂਗਾ। ਪਹਿਲੀ, ਜਿਹੜੇ ਬਹੁਤ ਸਾਰੇ ਬੱਚੇ ਸਤੰਬਰ ਇਨਟੇਕ ਫੜਨਾ ਚਾਹੁੰਦੇ ਆ, ਜਿਹੜੇ ਲੇਟ ਉੱਠੇ ਆ, ਤਾਂ ਉਹ ਫੜ ਸਕਦੇ ਨੇ ਜਾਂ ਉਹ ਕੈਨੇਡਾ ਰਿਫਿਊਜ਼ ਨੇ, ਤਾਂ ਹਜੇ ਕੁਝ ਆਪਸ਼ਨਸ ਤਕਰੀਬਨ 1 ਹਫ਼ਤਾ ਖੁੱਲੀਆਂ ਰਹਿਣਗੀਆਂ। ਬ੍ਰੌਡਵੇ ਦੀ ਟੀਮ ਨੂੰ ਮਿਲ ਸਕਦੇ ਹੋ ਤੇ ਗੱਲਬਾਤ ਕਰਕੇ ਕੇਸ ਨੂੰ ਚਲਾ ਸਕਦੇ ਹੋ। ਦੂਸਰਾ ਜਿਹੜਾ ਇੰਪੋਰਟੈਂਟ ਅਪਡੇਟ ਹੈ ਕਿ ਯੂਕੇ ਦੇ ਇੰਟਰਵਿਊਜ਼ ਯੂਨੀਵਰਸਿਟੀਜ਼ ਵੱਲੋਂ ਦਿੱਤੇ ਜਾ ਰਹੇ ਨੇ, ਔਰ ਯੂਨੀਵਰਸਿਟੀਜ਼ ਦੀਆਂ ਬਹੁਤ ਸਾਰੀਆਂ ਇੰਟਰਵਿਊਜ਼ 'ਚ ਅਸੀਂ ਦੇਖਿਆ ਜਿੱਥੇ ਸਾਨੂੰ ਬੱਚਿਆਂ ਲਈ ਸੈਕਿੰਡ ਚਾਂਸ ਲੈਣਾ ਪਿਆ ਕਿ ਬੱਚੇ ਬਹੁਤ ਲਾਈਟਲੀ ਲੈ ਰਿਹਾ ਇੰਟਰਵਿਊ ਨੂੰ। ਸੋ ਜਿਹੜਾ ਬੱਚਾ ਇੰਟਰਵਿਊ ਲਾਈਟਲੀ ਲੈ ਰਿਹਾ ਜੀ, ਉਹ ਪੰਜਾਬੀ 'ਚ ਮੈਂ ਕਹਾਂ ਤਾਂ ਸਵਾਰੀ ਆਪਣੇ ਸਮਾਨ ਦੀ ਆਪ ਜ਼ਿੰਮੇਵਾਰ ਹੈ, ਕਿਉਂਕਿ ਬਹੁਤੀਆਂ ਇੰਟਰਵਿਊ ਯੂਕੇ 'ਚ ਉਦੋਂ ਹੁੰਦੀ ਹੈ ਯੂਨੀਵਰਸਿਟੀ ਦੀ ਜਦੋਂ ਤੁਹਾਡੀ ਫੀਸ ਜਾ ਚੁੱਕੀ ਹੁੰਦੀ ਹੈ। ਸੋ ਜਿਹੜਾ ਨੁਕਸਾਨ ਤੁਸੀਂ ਘਰਦਿਆਂ ਦਾ ਕਰ ਰਹੇ ਹੋ ਉਹ ਜਾਣ ਬੁੱਝ ਕੇ ਤੁਸੀਂ ਆਪ ਕਰ ਰਹੇ ਹੋ, ਕੋਈ ਹੋਰ ਨਹੀਂ ਕਰ ਰਿਹਾ। ਸੋ ਪਹਿਲੀ ਗੱਲ ਤਾਂ ਹੈ ਕਿ ਆਪਣੀਆਂ ਇੰਟਰਵਿਊਜ਼ ਨੂੰ ਬਹੁਤ ਸੀਰੀਅਸਲੀ ਲੈਣਾ ਸ਼ੁਰੂ ਕਰੋ, ਤੇ ਕੰਸਲਟੈਂਟ ਚੱਜ ਨਾਲ ਤਿਆਰੀ ਜੇ ਨਹੀਂ ਕਰਾ ਰਿਹਾ ਤੇ ਉਹਦੇ ਦਫ਼ਤਰ ਜਾ ਕੇ ਬੈਠੋ। ਜੇ ਮੇਰਾ ਵੀ ਕੋਈ ਸਟੂਡੈਂਟ ਹੈ ਜਿਹਨੂੰ ਲੱਗਦਾ ਹੈ ਕਿ ਉਹਦੀਆਂ ਆਨਲਾਈਨ ਕਲਾਸਿਸ ਦੇ ਵਿੱਚ ਕੋਈ ਕਮੀ ਹੈ ਔਰ ਉਹ ਸੈਟੀਸਫਾਈਡ ਨਹੀਂਗਾ, ਗੋ ਐਂਡ ਮੀਟ ਇਨ ਬ੍ਰਾਂਚ ਔਰ ਆਪਣੀਆਂ ਇੰਟਰਵਿਊਜ਼ ਨੂੰ ਸਟ੍ਰੀਮਲਾਈਨ ਕਰੋ, ਆਪਣੀ ਇੰਟਰਵਿਊਜ਼ ਨੂੰ ਸੀਰੀਅਸਲੀ ਲਵੋ। ਹੁਣ ਪਿੱਛੇ ਜੇ ਇੱਕ ਸਟੂਡੈਂਟ ਆ, ਉਹਦੇ ਲਈ ਹਜੇ ਮੈਂ ਪਰਸਨਲੀ ਯੂਨੀਵਰਸਿਟੀ ਨਾਲ ਗੱਲ ਕਰ ਰਿਹਾ। ਸਾਰੀਆਂ ਚੀਜ਼ਾਂ ਸਮਝਾਉਣ ਦੇ ਬਾਵਜੂਦ ਵੀ ਸਟੂਡੈਂਟ ਆਪਣੇ ਆਪ ਨੂੰ ਬਹੁਤ ਸਮਾਰਟ ਸਮਝਦਾ ਹੈ। ਉਹ ਇੰਟਰਵਿਊ ਦੇ ਰਿਹਾ ਬੈੱਡ ਦੇ ਵਿੱਚ ਲੇਟ ਕੇ। ਬਿਲਕੁਲ ਨੌਨ ਸੀਰੀਅਸ ਮਾਈਂਡ ਸੈਟ ਨਾਲ ਤੁਸੀਂ ਇੰਟਰਵਿਊ ਦਵੋਗੇ ਜਾਂ ਬਿਲਕੁਲ ਓਵਰ ਕੌਨਫੀਡੈਂਟ ਮਾਈਂਡ ਸੈਟ ਨਾਲ ਇੰਟਰਵਿਊ ਦਵੋਗੇ ਤਾਂ ਫਿਰ ਉਹ ਇੰਟਰਵਿਊ ਸਿਰੇ ਨਹੀਂ ਲੱਗ ਸਕਦੀਆਂ। ਜਿੰਨਾ ਚਿਰ ਤੁਸੀਂ ਸੀਰੀਅਸਲੀ ਉਹਦੇ ਲਈ ਨਹੀਂ ਹੋਵੋਗੇ, ਅੱਜ ਜੇ ਤੁਸੀਂ ਆਪਣੀ ਜ਼ਿੰਦਗੀ ਆਪਣੇ ਕਰੀਅਰ ਨੂੰ ਲੈ ਕੇ ਸੀਰੀਅਸ ਨਹੀਂ ਹੋ, ਔਰ ਜਿੱਥੇ ਕਿ ਇੰਟਰਵਿਊ ਬਕਾਇਦਾ ਤੁਹਾਡੇ ਨਾਲ ਅਪਾਇੰਟਮੈਂਟ ਬਣਾ ਕੇ ਤੁਹਾਨੂੰ ਹਫਤਾ ਪਹਿਲਾਂ ਦੱਸ ਕੇ ਡੇਟ ਦੇ ਕੇ ਸਾਰਾ ਕੁਝ ਫਿਰ ਫਿਕਸ ਹੁੰਦੀ ਹੈ, ਔਰ ਅਗਰ ਆਹ ਤੁਹਾਡਾ ਰਵੱਈਆ ਉਸ ਇੰਟਰਵਿਊ ਨੂੰ ਦੇਣ ਲਈ ਹੋਊਗਾ ਤਾਂ ਫਿਰ ਤੁਸੀਂ ਯੂਕੇ ਨਹੀਂ ਜਾ ਸਕਦੇ ਭਾਈ। ਫਿਰ ਆਪਣੀ ਐਪਲੀਕੇਸ਼ਨ ਪਹਿਲਾਂ ਹੀ ਆਫਿਸ ਆ ਕੇ ਸਿੰਗਾਪੁਰ ਲਈ ਦਿਆ ਕਰੋ। ਜ਼ਿਆਦਾ ਸੌਖੇ ਹੋ, ਸਾਡੀ ਵੀ ਮਿਹਨਤ ਕਰਾਉਂਦੇ ਹੋ, ਬਾਅਦ 'ਚ ਉਹਦੇ 'ਚੋਂ ਖੱਟਦੇ ਵੀ ਕੁਝ ਨਹੀਂ ਹੋ, ਬਦਨਾਮੀ ਵੀ ਹੁੰਦੀ ਹੈ। ਸੋ ਪਹਿਲਾਂ ਹੀ ਉਸ ਮਾਈਂਡ ਸੈਟ ਨਾ ਹੋ। ਜੇ ਤੇ ਤੁਸੀਂ ਕੁਝ ਨਹੀਂ ਕਰਨਾ ਚਾਹੁੰਦੇ ਤਾਂ ਤੁਹਾਡਾ ਕੋਈ ਕੁਝ ਨਹੀਂ ਕਰ ਸਕਦਾ, ਬਾਣੀ 'ਚ ਵੀ ਲਿਖਿਆ। ਸੋ ਪਹਿਲਾਂ ਆਪਣਾ ਆਪ ਸਵਾਰਨਾ ਸਿੱਖੋ, ਆਪਣੀਆਂ ਚੀਜ਼ਾਂ ਲਈ ਸੀਰੀਅਸ ਹੋਣਾ ਸਿੱਖੋ, ਇੰਟਰਵਿਊਜ਼ ਦੀ ਪ੍ਰੈਪਰੇਸ਼ਨ ਨੂੰ ਬਹੁਤ ਸੀਰੀਅਸਲੀ ਲਵੋ ਔਰ ਇੰਟਰਵਿਊ ਨੂੰ ਉਸ ਤੋਂ ਵੀ ਜ਼ਿਆਦਾ ਸੀਰੀਅਸਲੀ ਲਵੋ, ਤੇ ਪੂਰੀ ਤਿਆਰੀ ਕਰਕੇ ਯੂਕੇ ਦੀਆਂ ਇੰਟਰਵਿਊਜ਼ ਲਵੋ। ਹੁਣ 2 ਮਹੀਨੇ 1.5 ਮਹੀਨਾ ਆਫਰ ਲੈਟਰਾਂ ਵੇਟ ਕਰਨ ਤੋਂ ਬਾਅਦ, ਫੀਸਾਂ ਦੇਣ ਤੋਂ ਬਾਅਦ ਅਗਰ ਤੁਸੀਂ ਇੰਟਰਵਿਊਆਂ 'ਚ ਰਿਜੈਕਟ ਹੋਣਾ ਹੈ ਤਾਂ ਫਿਰ ਤੁਹਾਡੇ ਲਈ ਇਹ ਬਹੁਤ ਮਾੜੀ ਗੱਲ ਹੈ। ਤੁਸੀਂ ਆਪਣੇ ਘਰਦਿਆਂ ਦਾ ਸਭ ਤੋਂ ਵੱਡਾ ਨੁਕਸਾਨ ਕਰ ਰਹੇ ਹੋ ਤੇ ਆਪਣੀ ਜ਼ਿੰਦਗੀ ਨੂੰ ਤਾਂ ਤੁਸੀਂ ਬਿਲਕੁਲ ਖਤਮ ਵਾਲੇ ਪਾਸੇ ਲੈ ਕੇ ਚੱਲ ਰਹੇ ਹੋ, ਕਿਉਂਕਿ ਅੱਧਿਓਂ ਜ਼ਿਆਦਾ ਬੱਚਾ ਜਿਹੜਾ ਯੂਕੇ ਇਸ ਟਾਈਮ ਜਾ ਰਿਹਾ ਉਹ ਹੈ ਹੀ ਉਹ ਬੱਚਾ ਜਿਹੜਾ ਕੈਨੇਡਾ, ਆਸਟ੍ਰੇਲੀਆ ਹੋਰ ਕਿਤੇ ਜਾ ਨਹੀਂ ਸਕਦਾ। ਤੇ ਜੇ ਉਹ ਯੂਕੇ ਦੇ ਮੌਕੇ ਨੂੰ ਵੀ ਆਪਣੀ ਐਸੇ ਐਟੀਟਿਊਡ ਨਾਲ ਗਵਾਏਗਾ ਤੇ ਫਿਰ ਉਹਦੇ ਲਈ ਗਾਂਹ ਵਾਸਤੇ ਜ਼ਿੰਦਗੀ ਬਹੁਤ ਔਖੀ ਹੋ ਸਕਦੀ। ਸੋ ਇੰਟਰਵਿਊ ਕੀ ਹੁਣ 100% ਆ ਰਹੀ ਹੈ? 100% ਦੇਖੋ, ਕੁਝ ਯੂਨੀਵਰਸਿਟੀਜ਼ ਵੱਲੋਂ ਵੇਵਰ ਹੈ, ਪਰ ਜਿਨ੍ਹਾਂ ਵੱਲੋਂ ਵੇਵਰ ਹੈ ਉਹ ਪਹਿਲਾਂ ਹੀ ਆਇਲਸ ਜਾਂ ਪੀਟੀ ਵਾਲੇ ਜਾਂ ਡੁਲਿੰਗੋ ਵਾਲੇ ਬੱਚੇ ਲੈਂਦੇ ਨੇ, ਤਾਂ ਉਹਨਾਂ ਦੇ ਵਿੱਚ ਇੱਕ ਅਲੱਗ ਕ੍ਰਾਈਟੇਰੀਆ ਚੱਲਦਾ ਰਹਿੰਦਾ, ਬਟ ਦੂਸਰਿਆਂ ਨੂੰ ਦੇਣੀ ਪੈਂਦੀ ਹੈ। ਸੋ ਆਪਣੀ ਤਿਆਰੀ ਜਿਹੜੀ ਹੈ ਜੀ ਉਹਨੂੰ ਸੀਰੀਅਸਲੀ ਲੈਣਾ ਸ਼ੁਰੂ ਕਰ ਦਿਓ। ਅਗਲਾ 1.5 ਮਹੀਨਾ, ਹੁਣ ਅਗਲੇ 15 ਦਿਨਾਂ 'ਚ ਸਾਡੇ ਕੋਈ 80+ ਸਟੂਡੈਂਟ ਨੇ ਜਿਹੜੇ ਇੰਟਰਵਿਊ ਦੇਣਗੇ। ਤੇ ਅੱਜ ਹਜੇ ਥੋੜਾ ਜਿਹਾ ਸ਼ੋਅ ਸ਼ੂਟ ਕਰਨ ਤੋਂ ਪਹਿਲਾਂ ਹੀ ਮੈਂ ਟੀਮ ਨਾਲ ਇੰਟਰਵਿਊ ਕਰਕੇ ਹਟਿਆ ਕਿ 80 ਦੇ 80 ਬੱਚੇ ਹੌਲੀ ਹੌਲੀ ਦਫ਼ਤਰ ਬੁਲਾਓ
ਤੇ ਨਾਲ 2-2 ਸੈਸ਼ਨ ਫੇਸ ਟੂ ਫੇਸ ਵੀ ਕਰੋ। ਸੋ ਇਹ ਚੀਜ਼ਾਂ ਬਹੁਤ ਸੀਰੀਅਸਲੀ ਲੈਣੀਆਂ ਸ਼ੁਰੂ ਕਰੋ। ਸੋ ਯੂਕੇ ਵੱਲ ਵੀ ਸਟੂਡੈਂਟਸ ਦਾ ਰੁਝਾਨ ਵਧਣ ਲੱਗ ਗਿਆ। ਸਿੰਪਲ ਸ਼ਬਦਾਂ 'ਚ ਕਿਹਾ ਜਾਵੇ ਯੂਕੇ ਵੀ ਹੁਣ ਰਸ਼ ਪੈਣ ਲੱਗ ਗਿਆ। ਸੋ ਯੂਕੇ ਨੂੰ ਸੀਰੀਅਸਲੀ ਲੈਣਾ ਪਵੇਗਾ। ਯੂਕੇ ਤੇ तमाम ਅਪਡੇਟਸ ਅਸੀਂ ਰੈਗੂਲਰਲੀ ਤੁਹਾਡੇ ਨਾਲ ਸ਼ੇਅਰ ਕਰਦੇ ਰਵਾਂਗੇ। ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਕੇ ਰੱਖੋ। ਬਹੁਤ ਬਹੁਤ ਧੰਨਵਾਦ। ਸਟੱਡੀ ਵੀਜ਼ਾ ਦੇ ਮੁੱਦੇ ਤੇ ਮੈਂ ਬਣਾਂਗਾ ਤੁਹਾਡੀ ਆਵਾਜ਼। ਕੰਸਲਟੈਂਟ ਨੂੰ ਪੁੱਛਾਂਗੇ ਸਿੱਧੇ ਸਵਾਲ ਤੇ ਤੁਹਾਨੂੰ ਮਿਲਣਗੇ ਤੁਹਾਡੇ ਸਵਾਲਾਂ ਦੇ ਜਵਾਬ।